जपियो जिन अर्जन देव गुरु, फिर संकट जोन गर्भ न आयो। जपियो जिन अर्जन देव गुरु, फिर संकट जोन गर्भ न आयो। वाहिगुरु जी का खालसा, श्री वाहिगुरु जी की फतेह। धन धन गुरु नानक देव जी महाराज, धन धन गुरु अर्जन देव जी महाराज जी ਦੀ ਜੀਵਨੀ ਸੂਰਜ ਪ੍ਰਕਾਸ਼ ਵਿੱਚੋਂ ਸਰਵਨ ਕਰ ਰਹੇ ਹਾਂ। ਪ੍ਰਿਥੀ ਚੰਦ ਦੀ ਵਿਰੋਧਤਾ ਤੋਂ ਬਾਅਦ ਵੀ ਗੁਰੂ ਰਾਮਦਾਸ ਜੀ ਨੇ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਜੀ ਦਾ ਬਾਬਾ ਬੁੱਢਾ ਜੀ ਤੋਂ ਗੁਰਗੱਦੀ ਤਿਲਕ ਕਰਵਾ ਦਿੱਤਾ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਆਪ ਸੱਚਖੰਡ ਚਲੇ ਗਏ। ਸ਼੍ਰੀ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਗੋਇੰਦਵਾਲ ਮਾਪਿਆਂ ਕੋਲ ਰਹੇ, ਫਿਰ ਮਾਤਾ ਜੀ ਨੂੰ ਨਾਲ ਲੈ ਕੇ ਰਾਮਦਾਸਪੁਰ ਵਿੱਚ ਚਲੇ ਗਏ। ਪ੍ਰਿਥੀ ਚੰਦ ਨੇ ਆਪਣੀ ਈਰਖਾ ਨਾ ਛੱਡੀ, ਮਸੰਦ ਭੇਜ ਕੇ ਸੰਗਤਾਂ ਨੂੰ ਰੋਕ ਲੈਣਾ, ਆਪ ਚੜਾਵੇ ਲੈਣੇ, ਕਹਿਣਾ ਵੱਡਾ ਪੁੱਤਰ ਹੋਣ ਤੇ ਗੁਰੂ ਮੈਂ ਹਾਂ। ਆਗਰੇ ਤੋਂ ਪ੍ਰਚਾਰ ਕਰਕੇ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਵਾਪਸ ਆਏ। ਰਾਮਦਾਸ ਚੱਕ ਦੇ ਸਾਰੇ ਹਾਲਾਤ ਵੇਖੇ, ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਪੁੱਜੇ। ਮਹਾਰਾਜ ਦੇ ਸੱਚਖੰਡ ਜਾਣ ਦਾ ਕਾਰਨ ਪੁੱਛਿਆ। ਰਜਾ ਮਾਲਕ ਦੀ ਕਹਿੰਦਿਆਂ ਸੁਖ ਸਾਂਦ ਪੁੱਛ ਰਹੇ ਸਨ। ਰੋਟੀ ਦਾ ਸੁਨੇਹਾ ਆ ਗਿਆ। ਲੰਗਰ ਵਿੱਚ ਗਏ, ਪੰਗਤ 'ਚ ਬੈਠੇ ਲੰਗਰ ਵਰਤਿਆ। ਛੋਲਿਆਂ ਦੀ ਰੋਟੀ ਮਿਲੀ, ਖਾਧੀ। ਪੰਗਤ 'ਚੋਂ ਆ ਕੇ ਪੁੱਛ ਕੀਤੀ ਭੈਣ ਭਾਨੀ ਜੀ ਦੀ। ਸਾਰੀ ਵਾਰਤਾ ਦੱਸੀ ਆਪਣੇ ਵੱਡੇ ਪੁੱਤ ਦੀ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਚਲੇ ਗਏ। ਜਿੱਥੇ ਅੱਜ ਕੱਲ੍ਹ ਪਿਪਲੀ ਸਾਹਿਬ ਗੁਰਦੁਆਰਾ ਹੈ, ਇੱਕ ਥੜਾ ਬਣਿਆ। ਚਿੱਟੀ ਚਾਦਰ ਥੜੇ ਤੇ ਵਿਛਾ ਕੇ ਚੌਰ ਕਰਨ ਲੱਗ ਪਏ। ਸੰਗਤਾਂ ਦਾ ਕਾਫਲਾ ਆਇਆ। ਪੁੱਛ ਕੀਤੀ ਭਾਈ ਸਾਹਿਬ, ਇਹ ਕੀ ਅਸਥਾਨ ਹੈ? ਭਾਈ ਸਾਹਿਬ ਨੇ ਕਿਹਾ, ਮੱਥਾ ਟੇਕੋ ਫਿਰ ਦੱਸਾਂਗਾ। ਸੰਗਤਾਂ ਨੇ ਦਸਵੰਧ ਆਪਣਾ ਆਪਣਾ ਰੱਖ ਕੇ ਮੱਥਾ ਟੇਕ ਦਿੱਤਾ। ਭਾਈ ਸਾਹਿਬ ਨੇ ਚਾਦਰ ਵਿੱਚ ਵੰਡ ਬੰਨ੍ਹ ਲਈ। ਆਖਿਆ, ਆਓ ਤੁਹਾਨੂੰ ਗੁਰੂ ਮਹਾਰਾਜ ਕੋਲ ਲੈ ਚਲੀਏ, ਉਹ ਸਭ ਹਾਲ ਦੱਸਣਗੇ। ਅੱਗੇ ਪ੍ਰਿਥੀ ਚੰਦ ਦੇ ਮਸੰਦ ਖਲੋਤੇ ਵੇਖ ਭਾਈ ਜੀ ਪੰਡ ਲੈ ਕੇ ਦੂਜੇ ਰਸਤੇ ਨਿਕਲ ਗਏ। ਸੰਗਤਾਂ ਨੂੰ ਮਸੰਦਾਂ ਘੇਰ ਲਿਆ। ਆਖਣ, ਗੁਰੂ ਪ੍ਰਿਥੀ ਚੰਦ ਹੈ, ਚੱਲ ਮੱਥਾ ਟੇਕੋ। ਸੰਗਤ ਨੇ ਆਖਿਆ, ਦਸਵੰਧ ਤਾਂ ਸਾਰਾ ਲੈ ਗਏ ਨੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਮੱਥਾ ਖਾਲੀ ਜਿੱਥੇ ਮਰਜ਼ੀ ਹੈ ਟਿਕਾ ਲਓ। ਮਸੰਦ ਬੁਰਾ ਭਲਾ ਕਹਿੰਦੇ ਚਲੇ ਗਏ। ਸੰਗਤ ਨੇ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਆ ਮੱਥਾ ਟੇਕਿਆ। ਇਸ ਤਰ੍ਹਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸਾਰਾ ਗੁਰੂ ਦਰਬਾਰ ਦਾ ਪ੍ਰਬੰਧ ਆਪ ਸੰਭਾਲ ਲਿਆ। ਬਾਬਾ ਬੁੱਢਾ ਜੀ ਤੇ ਕੁਝ ਹੋਰ ਮੁਖੀ ਸਿੱਖ ਪਿਪਲੀ ਸਾਹਿਬ ਵਾਲੀ ਥਾਂ ਤੇ ਬਿਠਾ ਦਿੱਤੇ। ਕੁਝ ਬਾਹਰ ਇਲਾਕਿਆਂ ਵਿੱਚ ਭੇਜ ਦਿੱਤੇ। ਕੁਝ ਚਿੱਠੀਆਂ ਬਾਹਰ ਭੇਜ ਕੇ ਸੰਗਤਾਂ ਨੂੰ ਪ੍ਰਿਥੀਏ ਮੀਣੇ ਦੀਆਂ ਕਰਤੂਤਾਂ ਤੋਂ ਜਾਣੂ ਕਰਵਾਇਆ। ਗੁਰੂ ਕੇ ਚੱਕ ਦੇ ਕੁਝ ਚੌਧਰੀਆਂ ਨੇ ਪ੍ਰਿਥੀਏ ਦੇ ਕਹਿਣ ਤੇ ਗੁਰੂ ਮਹਾਰਾਜ ਜੀ ਕੋਲ ਬੇਨਤੀ ਕੀਤੀ, ਕੁਝ ਵੱਡੇ ਭਰਾ ਨੂੰ ਵੀ ਜਾਇਦਾਦ ਦੇ ਦਿਓ, ਉਸ ਦਾ ਗੁਜ਼ਾਰਾ ਹੁੰਦਾ ਰਹੇਗਾ। ਮਹਾਰਾਜ ਨੇ ਸਾਰਾ ਕੁਝ ਦੇ ਦਿੱਤਾ।
ਆਪ ਸਿਰਫ ਸੰਗਤਾਂ ਦੇ ਕਾਰ ਭੇਟਾ ਤੋਂ ਹੀ ਸਾਰਾ ਕੰਮ ਚਲਾਣ ਲੱਗ ਪਏ। ਪ੍ਰਿਥੀਆ ਫਿਰ ਵੀ ਨਾ ਮੁੜਿਆ, ਇੱਟਾ ਖੜਕਾ ਲਾਈ ਰੱਖਣਾ। ਵਿਰੋਧਤਾ ਉਸਦੇ ਲੂੰ ਵਿੱਚ ਭਰੀ ਹੋਈ ਸੀ। ਮਹਾਰਾਜ ਨੇ ਕੁਝ ਸਮੇਂ ਲਈ ਗੁਰੂ ਕਾ ਚੱਕ ਛੱਡ ਦਿੱਤਾ। ਪਿੰਡ ਬੰਡਾਲੀ ਵਿੱਚ ਜਾ ਡੇਰਾ ਕੀਤਾ। ਇਹ ਪਿੰਡ ਸ਼ਹਿਰਟੇ ਦੇ ਨੇੜੇ ਹੀ ਸੀ। ਇੱਥੇ 3-4 ਸਾਲ ਗੁਰੂ ਜੀ ਰਹੇ। ਇੱਥੇ ਹੀ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਖੁਸ਼ੀਆਂ ਤੇ ਮੰਗਲਾਚਾਰ ਵਿੱਚ ਸ਼ਬਦ ਉਚਾਰਨ ਕੀਤੇ। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੇ ਦੀਆਂ ਭੇਜ ਦਾ ਸ਼ਬਦ ਉਚਾਰਿਆ। ਪ੍ਰਿਥੀ ਚੰਦ ਦਾ ਬੈਰ ਤੇ ਈਰਖਾ ਸ਼ੁਰੂ ਤੋਂ ਹੀ ਚੱਲੀ ਆਉਂਦੀ ਹੈ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ, ਸੁਣਿਆ ਤਾਂ ਇਹਨਾਂ ਦੇ ਸੱਤੀ ਕੱਪੜੀ ਅੱਗ ਲੱਗ ਗਈ। ਦੋਵੇਂ ਜੀ ਈਰਖਾ ਦੇ ਬੈਰ ਦੀ ਅੱਗ ਵਿੱਚ ਸੜ ਉੱਠੇ। ਇਹਨਾਂ ਦਾ ਵਿਚਾਰ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਸੰਤਾਨ ਕੋਈ ਨਹੀਂ, ਇਸ ਵਾਸਤੇ ਉਹਨਾਂ ਦੇ ਪਿੱਛੋਂ ਸਾਡਾ ਪੁੱਤਰ ਮਿਹਰਬਾਨ ਹੀ ਗੁਰਗੱਦੀ ਦਾ ਮਾਲਕ ਬਣੇਗਾ। ਹੁਣ ਉਹ ਆਸ ਉਹਨਾਂ ਦੀ ਖਤਮ ਹੋ ਗਈ। ਕਰਮੋਂ ਨੇ ਇੱਕ ਦਾਈ ਨਾਲ ਗੰਢ ਤੁੱਪ ਕੀਤਾ। ਰੁਪਈਏ ਦਿੱਤੇ ਲਾਲਚ ਵਿੱਚ ਉਸ ਪਾਪਣ ਨੇ ਥਣਾ ਨੂੰ ਜ਼ਹਿਰ ਲਾਇਆ। ਚੰਗੇ ਸੁੰਦਰ ਕੱਪੜੇ ਪਹਿਨੇ, ਵਧਾਈ ਦੇਣ ਦੇ ਬਹਾਨੇ ਬਡਾਲੀ ਸਾਹਿਬ ਪੁੱਜੀ। ਔਰਤਾਂ ਵਿੱਚ ਜਾ ਕੇ ਬਹਿ ਗਈ। ਗੱਲਾਂ ਕਰਦਿਆਂ ਗੱਲ ਚੱਲ ਪਈ। ਬਾਲਕ ਰੋਂਦਾ ਹੋਵੇ, ਡਰਦਾ ਹੋਵੇ, ਨਰੋਇਆ ਵੀ ਹੋਵੇ ਤਾਂ ਮੈਨੂੰ ਇਹ ਕੁਦਰਤੀ ਦਾਤ ਮਿਲੀ ਹੋਈ ਹੈ। ਬਾਲਕ ਗੋਦੀ ਵਿੱਚ ਲੈ ਕੇ ਉਸਨੂੰ ਆਪਣਾ ਦੁੱਧ ਚੁਗਾ ਦੇਵਾਂ ਤਾਂ ਸਾਰੀ ਉਮਰ ਉਹ ਬਾਲਕ ਅਰੋਗ ਰਹਿੰਦਾ ਹੈ। ਕੋਈ ਡਰ ਭੈ ਨਹੀਂ ਆਉਂਦਾ। ਇਸ ਦੀ ਪਰਖ ਕਰਨ ਵਾਸਤੇ ਜਨਾਨੀਆਂ ਦੀਆਂ ਗੱਲਾਂ ਵਿੱਚੋਂ ਹੀ ਇੱਕ ਔਰਤ ਨੇ ਉੱਠ ਕੇ ਬਾਲਕ ਹਰਗੋਬਿੰਦ ਜੀ ਨੂੰ ਲਿਆ ਕੇ ਉਸ ਫਫੇ ਕੁੱਟਣੀ ਦਾਈ ਦੀ ਝੋਲੀ 'ਚ ਪਾ ਦਿੱਤਾ। ਉਸ ਦੁਪੱਟਾ ਉੱਪਰ ਦੇ ਕੇ ਆਪਣੇ ਦੁੱਧ ਚੁਗਾਉਣ ਲਈ ਨੇੜੇ ਕੀਤਾ ਤਾਂ ਬਾਲਕ ਨੇ ਦੁੱਧ ਨੂੰ ਫੜ ਕੇ ਉਸ ਦੀ ਜਾਨ ਖਤਮ ਕਰ ਦਿੱਤੀ। ਉਹ ਤੜਫ ਕੇ ਜ਼ਮੀਨ ਤੇ ਡਿੱਗ ਪਈ। ਉਸ ਦੀ ਰੂਹ ਨੇ ਸਾਰੀ ਕਥਾ ਕਹਿ ਸੁਣਾਈ। ਮੈਂ ਇੰਦਰ ਦੇ ਦਰਬਾਰ ਦੀ ਸ਼ਰਾਪੀ ਹੋਈ ਅਪਸਰਾ ਹਾਂ। ਮੇਰੀ ਮੁਕਤੀ ਇਹਨਾਂ ਹੱਥੋਂ ਹੋਣੀ ਸੀ। ਮੈਨੂੰ ਕਰਮੋਂ ਨੇ ਪੈਸੇ ਦਿੱਤੇ, ਦੁੱਧ ਨੂੰ ਜ਼ਹਿਰ ਲਵਾ ਕੇ ਭੇਜਿਆ ਬਾਲਕ ਹਰਗੋਬਿੰਦ ਨੂੰ ਮਾਰਨ ਵਾਸਤੇ। ਕਹਿੰਦੀ ਹੋਈ ਰੂਹ ਅਲੋਪ ਹੋ ਗਈ। ਇਸ ਤਰ੍ਹਾਂ ਇੱਕ ਸਪੇਰੇ ਨੂੰ ਰੁਪਈਏ ਦੇ ਕੇ ਸੱਪ ਲੜਾ ਕੇ ਮਾਰਨ ਲਈ ਘੱਲਿਆ। ਖਿਡਾਵੇ ਬ੍ਰਾਹਮਣ ਨੂੰ ਰੁਪਈਏ ਦਿੱਤੇ, ਜ਼ਹਿਰ ਲਿਆ ਕੇ ਦਿੱਤੀ ਦਹੀਂ ਵਿੱਚ ਖਵਾਉਣ ਲਈ। ਪਰ ਗੱਲ ਬੜੀ ਸਪਸ਼ਟ ਹੈ। ਬਾਣੀ ਵਿੱਚ ਦੱਸਿਆ ਹੈ, ਜਿਸ ਦਾ ਤੂੰ ਰਖਵਾਲਾ ਮਾਰੇ ਤਿਸ ਕੌਣ। ਧੰਨ ਸਤਿਗੁਰੂ ਅਰਜਨ ਸਾਹਿਬ, ਜਿਨ੍ਹਾਂ ਇਹ ਸਭ ਕੁਝ ਸ਼ਾਂਤੀ ਨਾਲ ਜਰਿਆ। ਵੱਡੇ ਭਰਾ ਨੇ ਬੜਾ ਕੁਝ ਕੀਤਾ, ਮਗਰ ਇਹਨਾਂ ਦੇ ਮਨ ਤੇ ਕੋਈ ਭਰਾ ਸੰਬੰਧੀ ਮੈਲ ਨਹੀਂ ਆਈ। ਇਹ ਕਰਤਾਰ ਦੀ ਰਜ਼ਾ ਤੇ ਸ਼ੁਕਰਾਨੇ ਵਿੱਚ ਰਾਜੀ ਰਹੇ ਸਨ। ਇਸ ਤਰ੍ਹਾਂ ਪ੍ਰਿਥੀ ਨੇ ਬਹੁਤ ਬੈਰ ਕਮਾਇਆ ਗੁਰੂ ਹਰਗੋਬਿੰਦ ਜੀ ਦੇ ਬਚਪਨ ਵਿੱਚ ਕਿ ਇਸ ਨੂੰ ਮਰਵਾ ਦਈਏ ਤੇ ਗੁਰਗੱਦੀ ਸਾਨੂੰ ਪ੍ਰਾਪਤ ਹੋ ਜਾਵੇ। ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਨਹੀਂ ਹੋਇਆ ਸੀ, ਤਦ ਵੀ ਮਾਤਾ ਜੀ ਨੂੰ ਬਹੁਤ ਹੀ ਬੋਲ ਕਬੋਲ ਬੋਲਦੇ ਸਨ।
ਇਹੋ ਜਿਹੇ ਬੋਲ ਬੋਲਦੇ ਸਨ ਕਿ ਮਨ ਨੂੰ ਬਹੁਤ ਠੇਸ ਆਉਂਦੀ ਸੀ। ਮਾਤਾ ਜੀ ਦਿਨ ਰਾਤ ਵਿਰਲਾਪ ਕਰਦੇ ਰਹਿੰਦੇ ਸਨ ਕਿ ਸਾਡੇ ਕੋਈ ਔਲਾਦ ਨਹੀਂ ਹੈ। ਗੁਰੂ ਅਰਜਨ ਦੇਵ ਜੀ ਨੇ ਕਹਿਣਾ, ਇਹ ਸਾਰੀ ਸਿੱਖ ਆਪਣੀ ਹੀ ਸੰਗਤ ਹੈ, ਤੇ ਮਾਤਾ ਜੀ ਨੇ ਕਹਿਣਾ, ਮੇਰੀ ਕੁੱਖ ਤਾਂ ਹਜੇ ਖਾਲੀ ਹੈ ਨਾ। ਫਿਰ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਭੇਜਿਆ, ਤੇ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕ ਕੇ ਤੇ ਗੰਢੇ ਨੂੰ ਮੁੱਕੀ ਮਾਰ ਕੇ ਭੰਨ ਕੇ ਮਾਤਾ ਜੀ ਨੂੰ ਵਰਦਾਨ ਦਿੱਤਾ ਕਿ ਆਪ ਜੀ ਦੇ ਘਰ ਇਹੋ ਜਿਹਾ ਪੁੱਤਰ ਹੋਵੇਗਾ, ਜਿਸ ਤਰ੍ਹਾਂ ਮੈਂ ਗੰਢੇ ਨੂੰ ਭੰਨਿਆ ਹੈ, ਇਸ ਤਰ੍ਹਾਂ ਆਪ ਦਾ ਪੁੱਤਰ ਦੁਸ਼ਮਣਾਂ ਬੈਰੀਆਂ ਦੇ ਸਿਰ ਭੰਨੇਗਾ, ਤੇ ਉਸ ਦੀ ਵਡਿਆਈ ਜੁਗੋ ਜੁਗ ਅਟਲ ਰਹੇਗੀ। ਤੇ ਬਾਬਾ ਬੁੱਢਾ ਜੀ ਦੇ ਵਰਦਾਨ ਸਦਕਾ ਹੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਸੀ। ਭਾਵ ਉਹਨਾਂ ਨੇ ਇਸ ਸੰਸਾਰ ਤੇ ਅਵਤਾਰ ਧਾਰਿਆ ਸੀ। ਪ੍ਰਿਥਵੀ ਦੇ ਮਨ ਵਿੱਚ ਬਹੁਤ ਜ਼ਿਆਦਾ ਬੈਰ, ਈਰਖਾ, ਵਿਰੋਧ ਸੀ। ਉਹ ਕੋਈ ਵੀ ਮੌਕਾ ਨਹੀਂ ਸੀ ਛੱਡਦਾ, ਪਰ ਗੁਰੂ ਅਰਜਨ ਦੇਵ ਜੀ ਸ਼ਾਂਤ ਚਿੱਤ ਹੀ ਰਹਿੰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ